ਸੋ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਰਿਲੀਜੀਅਸ ਸੈਗਮੈਂਟ ਵਿੱਚ। ਅੱਜ ਨਵਾਂ ਸਾਲ ਅਸੀਂ ਮਨਾਉਣ ਜਾ ਰਹੇ ਜੀ, ਕਿਉਂਕਿ 31 ਦਸੰਬਰ ਹੈ ਸਨ 2013 ਅਤੇ ਇਹ ਸਾਲ ਦੇ ਅਖੀਰਲੇ ਦਿਨ ਮੁੱਖ ਤੌਰ ਦੇ ਉੱਤੇ ਸਾਡਾ ਇਹੀ ਮਕਸਦ ਹੁੰਦਾ ਹੈ ਕਿ ਸਾਰੇ ਸਾਲ ਤੇ ਭਾਵੇਂ ਅਸੀਂ ਗੁਰਦੁਆਰੇ ਨਾ ਗਏ ਹੋਈਏ, ਲੇਕਿਨ ਅੱਜ ਅਸੀਂ ਜ਼ਰੂਰ ਸਮਾਂ ਕੱਢ ਕੇ ਗੁਰਦੁਆਰਾ ਸਾਹਿਬ ਜਾਣਾ ਹੈ ਤੇ ਨਵਾਂ ਸਾਲ ਜਦੋਂ ਯਾਨੀ ਕਿ 2014 ਸ਼ੁਰੂ ਹੋਣਾ ਹੈ ਤਾਂ ਸਾਡਾ ਸਮਾਂ ਜੋ ਹੈ ਉਹ ਗੁਰੂ ਦੇ ਹਾਜ਼ਰੀ ਵਿੱਚ ਜ਼ਰੂਰ ਹੋਵੇ। ਨਵੇਂ ਸਾਲ ਦਾ ਕੀ ਕਨਸੈਪਟ ਹੈਗਾ? ਕਈ ਵਾਰੀ ਤਾਂ ਇਹ ਵੀ ਵੇਖਣ ਨੂੰ ਮਿਲਦਾ ਹੈ ਕਿ ਕਈ ਵਾਰੀ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਦੇਸੀ ਕੈਲੰਡਰ ਦੇ ਅਨੁਸਾਰ ਜਿਹੜਾ ਸਾਡਾ ਨਵਾਂ ਸਾਲ ਹੈ ਯਾਨੀ ਕਿ ਚੇਤ ਦਾ ਮਹੀਨਾ ਸ਼ੁਰੂ ਹੁੰਦਾ ਹੈ, ਸਾਨੂੰ ਬਹੁਤ ਵਾਰੀ ਪਤਾ ਹੀ ਨਹੀਂ ਹੁੰਦਾ। ਬਹੁਤ ਵਧੀਆ ਗੱਲ ਹੈ ਕਿ ਗੁਰਦੁਆਰੇ ਵੱਧ ਤੋਂ ਵੱਧ ਜਾਣਾ ਚਾਹੀਦਾ ਹੈ, ਪਰ ਖਾਸ ਤੌਰ ਦੇ ਉੱਤੇ ਜੇਕਰ ਅਸੀਂ ਨਵੇਂ ਸਾਲ ਨੂੰ ਹੀ ਮੁੱਖ ਰੱਖ ਕੇ ਕਿ ਜੀ ਇਹ ਨਵਾਂ ਸਾਲ ਸਾਡੇ ਵਾਸਤੇ ਖੁਸ਼ੀਆਂ ਭਰਾ ਚੜ੍ਹੇ ਤੇ ਅਸੀਂ ਗੁਰੂ ਦੇ ਕੋਲ ਜਾ ਕੇ ਇਹ ਸਮਾਂ ਬਿਤਾਈਏ, ਕੀ ਗੁਰਮਤ ਅਨੁਸਾਰ ਇਹ ਠੀਕ ਹੈ? ਇਸ ਵਿੱਚ ਇਹ ਨਹੀਂ ਕਿ ਤੁਸੀਂ ਜਾਣਾ ਨਹੀਂ, ਬਿਲਕੁਲ ਜਾਣਾ ਹੈ, ਲੇਕਿਨ ਇਸ ਤੋਂ ਕੀ ਪ੍ਰੇਰਨਾ ਲੈਣੀ ਹੈ, ਇਸੇ ਸੰਬੰਧ ਵਿੱਚ ਅਸੀਂ ਗੱਲਬਾਤ ਕਰਾਂਗੇ ਤੇ ਮੇਰੇ ਨਾਲ ਸਾਥ ਦੇਣਗੇ ਯਾਨੀ ਮਲਕੀਤ ਸਿੰਘ ਜੀ ਕਰਨਾਲ, ਜਿਹੜੇ ਕਿ ਪੰਥ ਦੇ ਪ੍ਰਸਿੱਧ ਕਥਾਵਾਚਕ ਨੇ। ਆਓ ਉਹਨਾਂ ਦੇ ਵਿਚਾਰ ਸੁਣਨੇ ਆ ਕਿ ਇਹ ਕਨਸੈਪਟ ਕੀ ਹੈ ਤੇ ਅਸੀਂ ਕੀ ਪ੍ਰੇਰਨਾ ਲੈਣੀ ਹੈ। ਜੀ ਆਨੂ ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਨਵਾਂ ਸਾਲ ਜੀ ਅੱਜ ਸ਼ੁਰੂ ਹੋ ਜਾਣਾ ਹੈ, 2014 ਦੀ ਸ਼ੁਰੂਆਤ ਹੋਣੀ ਹੈ, ਤਾਂ ਸਭ ਨੂੰ ਮੁਬਾਰਕਬਾਦ ਦਿੰਦੇ ਹਾਂ ਅਸੀਂ। ਗੁਰਮਤ ਅਨੁਕੂਲ ਜਦੋਂ ਅਸੀਂ ਦੇਖਦੇ ਹਾਂ, ਤੁਸੀਂ ਦੁਨੀਆ ਭਰ ਵਿੱਚ ਗੁਰਦੁਆਰਿਆਂ ਵਿੱਚ ਹੀ ਰਹਿੰਦੇ ਹੋ ਜ਼ਿਆਦਾ ਸਮਾਂ ਤੇ ਦੇਖਦੇ ਹੋ ਕਿ ਭਾਵੇਂ ਹਿੰਦੁਸਤਾਨ ਹੋਵੇ, ਆਸਟ੍ਰੇਲੀਆ ਹੋਵੇ, ਕੈਨੇਡਾ ਹੋਵੇ ਜਾਂ ਇੰਗਲੈਂਡ ਹੋਵੇ ਜਾਂ ਫਿਰ ਅਮਰੀਕਾ, ਇਹ ਨਵੇਂ ਸਾਲ ਦਾ ਜਿਹੜਾ ਇੱਕ ਨਵਾਂ ਕਨਸੈਪਟ ਅਸੀਂ ਦੇਖ ਰਹੇ ਹਾਂ ਕਿ ਜਿੱਥੇ ਤਾਂ ਲੋਕ ਬਹੁਤ ਸਾਰੇ ਲੋਕ ਪੱਬਾਂ 'ਚ ਕਲੱਬਾਂ 'ਚ ਜਾਂਦੇ ਨੇ, ਪਰ ਬਹੁਤ ਵਧੀਆ ਗੱਲ ਹੈ ਕਿ ਬਹੁਤ ਸਾਰੇ ਲੋਕ ਇਹਨਾਂ ਮੁਲਕਾਂ 'ਚ ਖਾਸ ਤੌਰ ਦੇ ਉੱਤੇ ਆਉਂਦੇ ਨੇ ਗੁਰਦੁਆਰੇ ਸਾਹਿਬ ਵਿੱਚ। ਬਿਲਕੁਲ। ਤੋ ਇਹ ਤਾਂ ਬਹੁਤ ਵਧੀਆ ਗੱਲ ਹੈ ਕਿ ਆਉਣਾ ਚਾਹੀਦਾ ਹੈ, ਪਰ ਕੀ ਜਿਹੜਾ ਨਵੇਂ ਸਾਲ ਨੂੰ ਮੁੱਖ ਰੱਖ ਕੇ ਅਸੀਂ ਇੱਥੇ ਆਉਂਦੇ ਹਾਂ ਉਸ ਸੰਬੰਧ ਵਿੱਚ ਕੀ ਗੁਰਮਤ ਦੇ ਵਿਚਾਰ ਨੇ ਜੀ? ਬਿਲਕੁਲ ਜੀ। ਸਭ ਤੋਂ ਪਹਿਲਾਂ ਮੈਂ ਸੋਚਦਾ ਕਿ ਆਪਾਂ ਇਹ ਸਮਝੀਏ ਗੁਰਬਾਣੀ ਦੇ ਦਰਪਣ ਦੇ ਵਿੱਚੋਂ ਕਿ ਕਿਸੇ ਸਮੇਂ ਦੇ ਪ੍ਰਤੀ ਨਵਾਂ ਜਾਂ ਪੁਰਾਣਾ ਜਾਂ ਕੁਝ ਬਦਲਿਆ, ਇਹਦੇ ਪ੍ਰਤੀ ਸਾਨੂੰ ਗੁਰੂ ਪਾਤਸ਼ਾਹ ਬਾਣੀ ਦੇ ਵਿੱਚੋਂ ਕੀ ਰਹਿਨੁਮਾਈ ਦਿੰਦੇ ਨੇ ਜੀ। ਇੱਕ ਸ਼ਬਦ ਉਸ ਮਾਨਤਾ ਦੇ ਪ੍ਰਤੀ ਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਉਚਾਰਨ ਕੀਤਾ, ਜਿਹੜੀ ਇੱਕ ਪੁਰਾਣੀ ਮਾਨਤਾ ਸੀ ਕਿ ਕੋਈ ਸਤਯੁਗ ਹੁੰਦਾ ਆ, ਦੁਆਪਰ ਹੁੰਦਾ ਆ, ਤ੍ਰੇਤਾ ਜਾਂ ਕਲਯੁਗ, ਇਹ ਜਿਹੜੀ ਇੱਕ ਸਮੇਂ ਦੀ ਵੰਡ ਸੀ, ਉਹਦੇ ਪ੍ਰਤੀ ਗੁਰੂ ਪਾਤਸ਼ਾਹ ਜੀ ਨੇ ਇੱਕ ਸ਼ਬਦ ਉਚਾਰਿਆ ਕਿ ਇਹ ਜਿਹੜੀਆਂ ਮਾਨਤਾਵਾਂ ਨੇ ਇਹ ਕੋਈ ਮਾਇਨਾ ਨਹੀਂ ਰੱਖਦੀਆਂ। ਗੁਰੂ ਸਾਹਿਬ ਕਹਿੰਦੇ ਨੇ, ਸੋਈ ਚੰਦ ਚੜ੍ਹੇ ਸੇ ਤਾਰੇ, ਸਹੀ ਦਿਨਯਰ ਤਪਤ ਰਹਿ, ਸਾ ਧਰਤੀ ਸੋ ਪਉਣ ਝੁਲਾਰੇ, ਜੁਗ ਜੀ ਖੇਲੇ ਥਾਮ ਕੈਸੇ, ਜੀਵਨ ਤਲਬ ਨਿਵਾਰ ਹੋਏ ਪਰਵਾਣਾ, ਕਰੇ ਧਿਆਣਾ ਕਲ ਲਖਣ ਵਿਚਾਰ, ਕਿਸੇ ਦੇਸ਼ ਨਾ ਆਇਆ ਸੁਣੀਏ, ਤੀਰਥ ਪਾਸ ਨਾ ਬੈਠਾ, ਦਾਤਾ ਦਾਨ ਕਰੈ ਤੈ ਨਾਹੀ, ਮਹਿਲ ਉਸਾਰ ਨਾ ਬੈਠਾ। ਇਹਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਕਲਯੁਗ ਦੇ ਬਾਬਤ ਕਿਹਾ, ਕਿਉਂਕਿ ਰੌਲਾ ਪੈ ਰਿਹਾ ਸੀ ਕਿ ਜਿਹੜਾ ਸਮਾਂ ਚੱਲ ਰਿਹਾ ਹੈ ਕਲਯੁਗ ਦਾ ਚੱਲ ਰਿਹਾ ਜੀ। ਗੁਰੂ ਸਾਹਿਬ ਦੂਸਰੇ ਯੁੱਗਾਂ ਦੇ ਪ੍ਰਤੀ ਨਾਲ ਗੱਲ ਕਰਦੇ ਹੋਏ ਕਹਿ ਰਹੇ ਨੇ ਕਿ ਉਹੀ ਦਿਨ ਚੜ੍ਹ ਰਿਹਾ, ਉਹੀ ਦਿਨਯਰ ਆ, ਭਾਵ ਸੂਰਜ ਤਪਦਾ ਪਿਆ, ਉਹੀ ਤਾਰੇ ਨੇ, ਉਹੀ ਹਵਾ ਚੱਲਦੀ ਪਈ ਹੈ, ਉਹੀ ਪਾਣੀ ਹੈ। ਤੋ ਕੁਦਰਤ ਦੇ ਜਿਹੜੇ ਨਿਯਮ ਨੇ ਉਹ ਉਵੇਂ ਕਾਰਜਸ਼ੀਲ ਨੇ। ਦੱਸੋ ਵੀ ਫਿਰ ਬਦਲਿਆ ਕੀ ਹੈ, ਕਿਹਨੂੰ ਤੁਸੀਂ ਕਲਯੁਗ ਕਹਿ ਰਹੇ ਹੋ? ਤੇ ਮਹਾਰਾਜ ਉਸ ਸਮੇਂ ਦੇ ਧਾਰਮਿਕ ਵਿਅਕਤੀ ਜਿਹਦੀਆਂ ਬਹੁਤ ਸਾਰੀਆਂ ਸਮਾਜ ਪ੍ਰਤੀ ਜ਼ਿੰਮੇਵਾਰੀਆਂ ਹੁੰਦੀਆਂ ਨੇ, ਉਹਨੂੰ ਸੰਬੋਧਨ ਹੋ ਕੇ ਕਹਿੰਦੇ ਨੇ ਕਿ ਜੀਵਨ ਤਲਬ ਨਿਵਾਰ ਹੋਏ ਪਰਵਾਣਾ, ਕਰੇ ਧਿਆਣਾ ਕਲ ਲਖਣ ਵਿਚਾਰ। ਜਦੋਂ ਮਨੁੱਖ ਕੇਵਲ ਆਪਣੀਆਂ ਤਲਬਾਂ ਵਾਸਤੇ, ਆਪਣੀਆਂ ਲੋੜਾਂ ਵਾਸਤੇ ਜਦੋਂ ਕਈ ਪ੍ਰਕਾਰ ਦੇ ਗੁੰਮਰਾਹਕੁਨ ਕੰਮ ਕਰਨ ਲੱਗ ਪਵੇ ਤੇ ਗਲਤ ਕਰਕੇ ਵੀ ਇਹ ਸਿੱਧ ਕਰੇ ਕਿ ਮੈਂ ਠੀਕ ਕੀਤਾ, ਜਾਂ ਤਗੜਾ ਹੋਣ ਦੇ ਨਾਤੇ ਮਾੜੇ ਨੂੰ ਦਬਾ ਦੇਵੇ ਤੇ ਮਾੜੇ ਦੀ ਸੱਚਾਈ ਜਿਹੜੀ ਹੈ ਉਹਦੀ ਧਾਕੜ ਪੁਣੇ ਦੇ ਹੇਠਾਂ ਲੁਕ ਜਾਵੇ, ਤੇ ਸਮਝੋ ਇਹ ਕਲਯੁਗ ਹੈ। ਨਹੀਂ ਤੇ ਮਹਾਰਾਜ ਕਹਿੰਦੇ, ਨਾ ਕਿਸੇ ਦੇਸ਼ ਦੇ ਵਿੱਚ ਮੈਂ ਆਇਆ ਸੁਣਿਆ, ਨਾ ਕਿਸੇ ਤੀਰਥ ਦੇ ਉੱਪਰ ਬੈਠਾ ਦੇਖਿਆ, ਨਾ ਉਹਨੇ ਕੋਈ ਮਹਿਲ ਬਣਾਇਆ ਜਿੱਥੇ ਜਾ ਕੇ ਉਹ ਬੈਠਾ ਹੋਇਆ। ਕਹਿਣ ਤੋਂ ਮੁਰਾਦ ਕਿ ਸਮੇਂ ਦੀ ਜਿਹੜੀ ਵੰਨ-ਸੁਵੰਨੀ ਵੰਡ ਸੀ ਉਹਨੂੰ ਗੁਰੂ ਪਾਤਸ਼ਾਹ ਜੀ ਨੇ ਪਹਿਲੀ ਗੱਲ ਕੋਈ ਮਾਨਤਾ ਨਹੀਂ ਦਿੱਤੀ। ਹਾਂ, ਸੋਚ ਦੀ ਤਬਦੀਲੀ ਜਿਹੜੀ ਆ ਉਹਨੂੰ ਪ੍ਰਵਾਨ ਕੀਤਾ ਗਿਆ, ਠੀਕ ਕਿ ਸੋਚ ਬਦਲਦੀ ਆ। ਬੰਦਾ ਕਿਸੇ ਸਮੇਂ ਮਨਮੁਖ ਹੁੰਦਾ ਆ ਤੇ ਉਹ ਗੁਰਮੁਖ ਹੋ ਜਾਂਦਾ, ਤੇ ਸੋਚ ਬਦਲਦੀ ਆ ਜਦੋਂ ਅਸੀਂ ਸੰਗਤ ਦੇ ਵਿੱਚ ਬੈਠਦੇ ਆ। ਸੰਗਤ ਸਾਡੇ ਵਿਚਾਰਾਂ ਨੂੰ ਬਦਲਦੀ ਹੈ। ਇਸ ਵਾਸਤੇ ਮਹਾਰਾਜ ਨੇ ਜੇ ਧਰਮ ਦਾ ਸਭ ਤੋਂ ਸ੍ਰੇਸ਼ਟ ਕਰਮ ਵੀ ਬਿਆਨ ਕੀਤਾ, ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜੀ ਸਾਧ ਸੰਗਤ ਆ ਉਹ ਸਿਰ ਕਰਮਨ ਕੇ ਕਰਮਾ ਹੈ, ਠੀਕ, ਔਰ ਸ੍ਰੇਸ਼ਟ ਕਰਮ ਸਾਧ ਸੰਗਤ ਸਾਨੂੰ ਕਰਨੀ ਚਾਹੀਦੀ ਹੈ ਤਾਂ ਕਿ ਸਾਡੇ ਜੀਵਨ ਦੇ ਵਿੱਚ ਵਿਚਾਰਾਂ ਦੀ ਤਬਦੀਲੀ ਆਵੇ, ਜਿਹੜੇ
ਪੁਰਾਣੇ ਵਿਚਾਰ ਸਨ ਉਹ ਨਵੇਂ ਵਿਚਾਰਾਂ ਦੇ ਵਿੱਚ ਤਬਦੀਲ ਹੋ ਸਕਣ, ਜਿਹੜੀ ਸਾਡੀ ਪੁਰਾਣੀ ਸੋਚ ਸੀ ਉਹ ਬਦਲੇ ਤੇ ਸਾਡੀ ਨਵੀਨ ਸੋਚ ਬਣ ਸਕੇ, ਸਾਡੀ ਮਨਮੁਖਤਾ ਮੁੱਕੇ ਤੇ ਸਾਡੇ ਵਿੱਚ ਗੁਰਮੁਖਤਾਈ ਆਵੇ। ਇਹਦਾ ਦਰਮਦਾਰ ਸਾਡਾ ਧਰਮ ਕੇਂਦਰ ਗੁਰਦੁਆਰਾ। ਠੀਕ। ਤੋ ਗੁਰਦੁਆਰੇ ਜਾਣਾ ਜਿਹੜਾ ਵਾ ਉਹ ਬਹੁਤ ਲਾਹੇਵੰਦ ਆ। ਮੈਂ ਸਮਝਦਾ ਕਿਸੇ ਵੀ ਦਿਨ ਜਾਇਆ ਜਾਵੇ ਜੀ, ਕਿਸੇ ਵੀ ਐਸੇ ਦਿਨ ਨੂੰ, ਤਿਉਹਾਰ ਨੂੰ, ਥਿੱਤ ਨੂੰ, ਕਿਸੇ ਵੀ ਘਟਨਾ ਨੂੰ ਮੁੱਖ ਰੱਖ ਕੇ ਜਾਇਆ ਜਾਏ, ਉਹ ਸਾਡੀ ਜ਼ਿੰਦਗੀ ਦੇ ਵਿੱਚ ਨਵੀਨਤਾ ਲੈ ਕੇ ਆਉਂਦਾ ਹੈ। ਦੂਜੀ ਗੱਲ ਜਿਹੜੀ ਤੁਸੀਂ ਕੀਤੀ ਆ ਕਿ ਜਿਹੜਾ ਈਸਵੀ ਕੈਲੰਡਰ ਦੇ ਅਨੁਸਾਰ ਜਿਹੜਾ ਸਾਲ ਬਦਲ ਰਿਹਾ ਜੀ, ਤੇ ਹਰ ਸਾਲ ਈਸਵੀ ਕੈਲੰਡਰ ਦੇ ਅਨੁਸਾਰ ਬੜੀਆਂ ਭੀੜਾਂ ਹੁੰਦੀਆਂ ਗੁਰਦੁਆਰੇ ਦੇ ਵਿੱਚ। ਦੂਸਰੇ ਪਾਸੇ ਜਿਹੜਾ ਸਾਡਾ ਆਪਣਾ ਦੇਸੀ ਕੈਲੰਡਰ ਆ ਉਹਦੇ ਅਨੁਸਾਰ ਜਦੋਂ ਚੇਤ ਦਾ ਮਹੀਨਾ ਚੜ੍ਹਦਾ ਜਾਂ ਫੱਗਣ ਦਾ ਆਖਰੀ ਦਿਨ ਉਹਦੀ ਰਾਤ ਨੂੰ ਕੋਈ ਗੁਰਦੁਆਰੇ ਦੇ ਵਿੱਚ ਸਾਨੂੰ ਨਜ਼ਰ ਨਹੀਂ ਆਉਂਦਾ। ਜਿੱਥੇ ਕੋਸ਼ਿਸ਼ ਵੀ ਕੀਤੀ ਜਾਵੇ ਉੱਥੇ ਵੀ ਕੋਈ ਇੱਕ ਦੋ ਪ੍ਰਾਣੀਆਂ ਤੋਂ ਵੱਧ ਨਜ਼ਰ ਨਹੀਂ ਆਉਂਦੇ। ਪਰ ਈਸਵੀ ਕੈਲੰਡਰ ਦੇ ਅਨੁਸਾਰ ਜਿਹੜਾ ਆਖਰੀ ਦਿਨ ਹੁੰਦਾ ਦਸੰਬਰ ਦਾ ਤੇ ਜਨਵਰੀ ਦੀ ਪਹਿਲੀ ਤਰੀਕ, ਉਹ ਦਿਨ ਬੜੀਆਂ ਭੀੜਾਂ ਹੁੰਦੀਆਂ ਨੇ ਜੀ। ਇਹਦੇ ਜੋ ਕਾਰਨ ਮਹਿਸੂਸ ਹੁੰਦੇ ਨੇ, ਸਭ ਤੋਂ ਪਹਿਲੀ ਗੱਲ ਕਿ ਗੁਰੂ ਕਾਲ ਦੇ ਵਿੱਚ ਵੀ, ਜੇ ਅਸੀਂ ਥੋੜਾ ਪਿਛੋਕੜ 'ਚ ਜਾਈਏ ਤੇ ਗੁਰੂ ਕਾਲ ਦੇ ਵਿੱਚ ਵੀ ਬਹੁਤ ਸਾਰੇ ਐਸੇ ਦਿਨ, ਤਿਉਹਾਰ, ਥਿੱਤਾਂ ਸਨ ਜਿਹੜੀਆਂ ਥਿੱਤਾਂ ਦਾ ਸੰਬੰਧ ਅਨਮਤੀਆਂ ਨਾਲ ਸੀ, ਜਿਨ੍ਹਾਂ ਦੇ ਨਾਲ ਅਗਿਆਨਤਾ ਵੀ ਜੁੜੀ ਸੀ, ਕਰਮਕਾਂਡ ਜੁੜੇ ਸਨ, ਬਹੁਤ ਸਾਰੇ ਭੁਲੇਖੇ ਜੁੜੇ ਸਨ। ਲੋਕ ਇਹ ਸਮਝਦੇ ਸਨ ਕਿ ਉਹਨਾਂ ਦਿਨਾਂ ਤੇ ਜੇ ਅਸੀਂ ਤੀਰਥ ਅਸਥਾਨਾਂ ਤੇ ਜਾਵਾਂਗੇ ਤੇ ਉੱਥੇ ਜਾਣ ਦੇ ਨਾਲ ਸਾਡਾ ਪੂਰਾ ਮਹੀਨਾ ਜਾਂ ਪੂਰਾ ਜਿਹੜਾ ਸਾਲ ਹੈ ਉਹ ਸੁੱਖਾਂ ਭਰਿਆ ਬਤੀਤ ਹੋਏਗਾ। ਉੱਥੇ ਜਾ ਕੇ ਲੋਕ ਤੀਰਥ ਇਸ਼ਨਾਨ ਕਰਦੇ ਸਨ, ਕੁਝ ਵਿਸ਼ੇਸ਼ ਪ੍ਰਕਾਰ ਦੀ ਦਾਨ ਦਸ਼ਨਾ ਦਿੰਦੇ ਸਨ ਜਾਂ ਕੋਈ ਹੋਰ ਧਾਰਮਿਕ ਰਸਮ ਕਰਦੇ ਸਨ ਤੇ ਉਹ ਸੋਚਦੇ ਸਨ ਇਹਦੇ ਨਾਲ ਸਾਰਾ ਸਮਾਂ, ਸਾਰਾ ਮਹੀਨਾ ਜਾਂ ਸਾਰਾ ਸਾਲ ਜਿਹੜਾ ਉਹ ਸੁੱਖਾਂ ਭਰਿਆ ਬਤੀਤ ਹੋਏਗਾ। ਇਹਦੇ ਵਿੱਚ ਮੱਸਿਆ ਸਨ, ਸੰਗਰਾਂਦਾਂ ਸਨ, ਪੂਰਨਮਾਸ਼ੀਆਂ ਸਨ। ਇਹਦੇ ਤੋਂ ਇਲਾਵਾ ਜਿਹੜੇ ਵੱਡੇ ਤਿਉਹਾਰ ਭਾਰਤ ਵਿੱਚ ਮਨਾਏ ਜਾਂਦੇ ਸਨ, ਦੀਪਾਵਲੀ ਹੈ, ਦੁਸਹਿਰਾ ਹੈ, ਜਾਂ ਅਸੀਂ ਜਿਵੇਂ ਦੇਖਦੇ ਹਾਂ ਵਿਸਾਖੀ ਹੈ। ਤੋ ਇਹ ਕੁਝ ਤਿਉਹਾਰ ਤੇ ਥਿੱਤਾਂ ਵਾਰ ਸਨ ਜਿਨ੍ਹਾਂ ਦੇ ਸਮੇਂ ਲੋਕ ਵਿਸ਼ੇਸ਼ ਤੌਰ ਤੇ ਧਾਰਮਿਕ ਸਥਾਨਾਂ ਤੇ ਜਾਂਦੇ ਸਨ। ਲੇਕਿਨ ਗੁਰੂ ਪਾਤਸ਼ਾਹ ਜੀ ਨੇ ਇੱਕ ਕ੍ਰਾਂਤੀਕਾਰੀ ਤਬਦੀਲੀ ਕੀਤੀ। ਉਹਨਾਂ ਵੇਖਿਆ ਕਿ ਲੋਕਾਂ ਦੀ ਸੋਚ ਦੇ ਵਿੱਚ ਇਹਨਾਂ ਦਿਨਾਂ ਦੀ ਬੜੀ ਪੱਕੀ ਮਾਨਤਾ ਤੇ ਲੋਕ ਜ਼ਰੂਰ ਧਾਰਮਿਕ ਥਾਵਾਂ ਤੇ ਜਾਂਦੇ ਨੇ, ਕਿਉਂ ਨਾ ਇਹਨਾਂ ਨੂੰ ਸੱਚ ਦੀ ਸੋਝੀ ਕਰਵਾਉਣ ਵਾਸਤੇ ਆਪਣੇ ਘਰ ਵਿੱਚ ਸੱਦਿਆ ਜਾਏ। ਤੇ ਗੁਰੂ ਸਾਹਿਬ ਜੀ ਨੇ ਇਹਨਾਂ ਇਕੱਠਾਂ ਨੂੰ ਗੁਰੂ ਘਰ ਦੇ ਵਿੱਚ ਤਬਦੀਲ ਕੀਤਾ। ਲੋਕ ਸਤ ਸੰਗਤ ਦੇ ਵਿੱਚ ਆਉਣ ਲੱਗੇ, ਗੁਰੂ ਪਾਤਸ਼ਾਹ ਜੀ ਦੇ ਪਾਸ ਆਉਣ ਲੱਗ ਪਏ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਉਸ ਮਾਨਤਾ ਨੂੰ, ਜਿਹੜੀ ਮਾਨਤਾ ਝੂਠੀ ਸੀ ਕਿ ਸ਼ਾਇਦ ਇੱਕ ਦਿਨ ਕੋਈ ਧਾਰਮਿਕ ਕਰਮ ਕਰ ਲਵਾਂਗੇ ਤੇ ਜੀਵਨ ਤਬਦੀਲ ਹੋ ਜਾਏਗਾ ਜਾਂ ਸਾਡੇ ਜੀਵਨ ਵਿੱਚ ਸੁੱਖ ਆ ਜਾਣਗੇ। ਜ਼ਿੰਦਗੀ ਤਬਦੀਲ ਕਰਨ ਦੇ ਨਾਲ ਤੇ ਕੋਈ ਸੰਬੰਧ ਨਹੀਂ ਸੀ ਵੈਸੇ ਉਹਨਾਂ ਧਾਰਮਿਕ ਅਸਥਾਨਾਂ ਦੀ ਹਾਜ਼ਰੀ ਦਾ, ਕੇਵਲ ਦੁਨਿਆਵੀ ਸੁੱਖਾਂ ਦੀ ਉਹ ਗੱਲ ਕਰਦੇ ਸਨ। ਤੇ ਗੁਰੂ ਸਾਹਿਬ ਜੀ ਨੇ ਸੰਗਤ ਦੇ ਵਿੱਚ ਉਹਨਾਂ ਨੂੰ ਸੱਦ ਕੇ ਸਮਝਾਇਆ ਕਿ ਦਿਨਾਂ ਵਾਰਾਂ ਦਾ ਮਹੱਤਵ ਜਿਹੜਾ ਉਹ ਕੋਈ ਨਹੀਂ ਹੈਗਾ, ਬਲਕਿ ਨਾਨਕ ਸੋਈ ਦਿਵਸ ਸੁਹਾਵੜਾ, ਜਿਤ ਪ੍ਰਭ ਆਵੇ ਚਿਤ, ਜਿਤ ਦਿਨ ਵਿਸਰੈ ਪਾਰ ਬ੍ਰਹਮ, ਫਿਟ ਭਲੇਰੀ ਰੁੱਤ। ਉਹ ਦਿਨ, ਉਹ ਥਿੱਤ, ਉਹ ਵਾਰ ਮਾੜਾ ਜਿਸ ਦਿਨ ਅਸੀਂ ਚੰਗੇ ਗੁਣਾਂ ਨੂੰ ਭੁੱਲ ਜਾਂਦੇ ਆ, ਰੱਬ ਨੂੰ ਭੁੱਲ ਜਾਂਦੇ ਆ, ਰੱਬੀ ਮਰਿਆਦਾ ਨੂੰ ਭੁੱਲ ਜਾਂਦੇ ਆ। ਤੇ ਉਹ ਹਰ ਦਿਨ ਮਾੜਾ, ਉਹ ਹਰ ਦਿਨ ਚੰਗਾ ਜਦੋਂ ਅਸੀਂ ਪਰਮਾਤਮਾ ਨੂੰ ਯਾਦ ਰੱਖਦੇ ਹਾਂ, ਵਾਹਿਗੁਰੂ ਜੀ ਦੀ ਬਣਾਈ ਹੋਈ ਮਰਿਆਦਾ ਨੂੰ ਯਾਦ ਰੱਖਦੇ ਹਾਂ ਤੇ ਇੱਕ ਅਨੁਸ਼ਾਸਿਤ ਜ਼ਿੰਦਗੀ ਬਤੀਤ ਕਰਦੇ ਹਾਂ। ਉਹ ਜਿਸ ਵੀ ਦਿਨ ਅਸੀਂ ਚੰਗੇ ਬਣ ਕੇ ਵਿਚਰੀਏ ਉਹ ਸਾਡੇ ਲਈ ਚੰਗਾ, ਤੇ ਜਿਸ ਵੀ ਦਿਨ ਅਸੀਂ ਆਪਣੇ ਆਪ ਨੂੰ ਤਬਦੀਲ ਕਰ ਲਈਏ, ਬਸ ਉਹ ਤਬਦੀਲੀ ਵਾਲਾ ਦਿਨ ਸਾਡੀ ਜ਼ਿੰਦਗੀ ਦਾ ਨਵਾਂ ਦਿਨ ਆ ਤੇ ਉਹ ਜੀਵਨ ਸਾਡਾ ਨਵਾਂ ਜੀਵਨ ਹੈ। ਇੱਕ ਤੇ ਹੋ ਗਿਆ ਕਿ ਗੁਰੂ ਪਾਤਸ਼ਾਹ ਜੀ ਦੀ ਪਰੰਪਰਾ ਦੇ ਵਿੱਚ ਅਨਮਤਾਂ ਨੂੰ ਜਾਂ ਅਨਮਤੀਆਂ ਦੇ ਇਕੱਠ ਨੂੰ ਗੁਰੂ ਘਰ ਦੇ ਵਿੱਚ ਤਾਂ ਇਕੱਠ ਕੀਤਾ ਗਿਆ ਤਾਂ ਕਿ ਅਨਮਤੀ ਸੋਚ, ਭਰਮ ਭੁਲੇਖਿਆਂ ਨਾਲ ਭਰੀ ਹੋਈ ਸੋਚ ਨੂੰ ਤਬਦੀਲ ਕੀਤਾ ਜਾਏ ਤੇ ਉਹਨਾਂ ਨੂੰ ਸੱਚ ਦੜਾਇਆ ਜਾਏ ਕਿ ਸੱਚ ਆ ਹੈ, ਥਿੱਤੀ ਵਾਰ ਸੇਵੇਂ ਮੁਕਤ ਗਵਾਰ। ਕਿ ਐਵੇਂ ਫਾਲਤੂ ਦੀਆਂ ਗੱਲਾਂ ਨੇ, ਅਗਿਆਨੀਆਂ ਦੇ ਕੰਮ ਨੇ। ਦੂਸਰਾ ਅਸੀਂ ਇਹ ਵੇਖਦੇ ਹਾਂ ਕਿ ਗੁਰੂ ਪਾਤਸ਼ਾਹ ਜੀ ਦੇ ਜਾਣ ਦੇ ਬਾਅਦ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਗੱਦੀ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਪ ਚਲੇ ਗਏ, ਇੱਕ ਮਰਿਆਦਾ ਬਣ ਗਏ ਸਨ, ਉਹ ਮਰਿਆਦਾ ਚਲਦੀ ਰਹੀ।
ਪਰ ਸਮੇਂ ਦੇ ਨਾਲ ਉਹ ਜਿਹੜੀ ਪਰੰਪਰਾ ਸੀ ਨਾ, ਉਹਨੂੰ ਆਪਾਂ ਕਹਿ ਸਕਦੇ ਹਾਂ ਸਮਾਂ ਵਿਹਾਜ ਗਈ ਉਹ ਪਰੰਪਰਾ। ਰਾਈਟ। ਸੋ ਇਹ ਸਮਾਂ ਵਿਹਾਜ ਕਿਵੇਂ ਗਈ, ਕੀ ਕੁਝ ਹੋਇਆ, ਇਸ ਬਾਰੇ ਵੀ ਜ਼ਿਕਰ ਕਰਨੇ ਜੀ। ਲੈਣੇ ਇੱਕ ਛੋਟੀ ਜਿਹੀ ਬ੍ਰੇਕ, ਕਿਉਂਕਿ ਅੱਜ ਬਹੁਤ ਵਧੀਆ ਗੱਲ ਹੈ, ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਕਹੀ ਕਿ ਤੁਸੀਂ ਵੀ ਜਿਸ ਤਰ੍ਹਾਂ ਇਹ ਪ੍ਰੇਰਨਾ ਦੇ ਰਹੇ ਹੋ ਕਿ ਗੁਰਦੁਆਰੇ ਜਾਣਾ ਬਹੁਤ ਵਧੀਆ, ਕਿਉਂਕਿ ਸਾਧ ਸੰਗਤ ਦੀ ਜਿਹੜੀ ਮਹੱਤਤਾ ਹੈ ਉਹ ਬਾਣੀ 'ਚ ਬਹੁਤ ਹੈ। ਪਰ ਕਿਸ ਇੰਟੈਂਸ਼ਨ ਨਾਲ ਅਸੀਂ ਜਾ ਰਹੇ ਹਾਂ ਤੇ ਕੀ ਲੈ ਕੇ ਆਉਣਾ ਹੈ, ਜੇਕਰ ਸਾਨੂੰ ਇਹ ਪਤਾ ਲੱਗ ਜਾਏਗਾ ਤਾਂ ਸਾਡਾ ਗੁਰਦੁਆਰੇ ਜਾਣਾ ਵੀ ਜਿਹੜਾ ਹੈਗਾ ਉਹ ਸਫਲ ਹੋ ਜਾਏਗਾ। ਇਸ ਬਾਰੇ ਗੱਲ ਕਰਨੀ ਜੀ ਇਸ ਬ੍ਰੇਕ ਤੋਂ ਬਾਅਦ। ਭਾਈ ਸਾਹਿਬ, ਭਾਈ ਮਲਕੀਤ ਸਿੰਘ ਜੀ ਕਰਨਾਲ ਸਾਨੂੰ ਆ ਜਾਣਕਾਰੀ ਦੇ ਰਹੇ ਨੇ ਕਿ ਕੀ ਦਿਨਾਂ ਦੀ ਕੋਈ ਮਹੱਤਤਾ ਨਹੀਂ ਬਾਣੀ ਅਨੁਸਾਰ। ਉਹੀ ਦਿਨ ਵਧੀਆ ਹੈ ਜਿਸ ਦਿਨ ਅਸੀਂ ਰੱਬ ਨੂੰ ਯਾਦ ਰੱਖਦੇ ਹਾਂ, ਤੇ ਉਹੀ ਸਮਾਂ ਮਾੜਾ ਜਦੋਂ ਅਸੀਂ ਰੱਬ ਨੂੰ ਵਿਸਾਰ ਦਿੰਦੇ ਹਾਂ। ਇਸੇ ਸੰਬੰਧ ਵਿੱਚ ਕਿਉਂਕਿ ਨਵਾਂ ਸਾਲ ਅੱਜ ਅਸੀਂ ਮਨਾਉਣ ਜਾ ਰਹੇ ਹਾਂ, ਤੇ ਸਾਨੂੰ ਜਿਹੜਾ ਗੁਰਦੁਆਰੇ ਅਸੀਂ ਜਾਣਾ ਅੱਜ ਰਾਤ ਨੂੰ ਜ਼ਰੂਰ ਜਾਣਾ ਚਾਹੀਦਾ ਹੈ, ਲੇਕਿਨ ਨਾਲ ਕਿਸ ਇੰਟੈਂਸ਼ਨ ਨਾਲ, ਉਸ ਬਾਰੇ ਆਓ ਜਾਣਕਾਰੀ ਲੈਂਦੇ ਹਾਂ ਕਿ ਗੁਰੂਆਂ ਸਾਹਿਬ ਤੋਂ ਹੀ ਜਿਹੜਾ ਇੱਕ ਮਕਸਦ ਸ਼ੁਰੂ ਕੀਤਾ ਗਿਆ ਸੀ ਲੋਕਾਂ ਨੂੰ ਪ੍ਰੇਰਨਾ ਦਾ, ਕਿ ਸਹੀ ਪਾਸੇ ਸੋਚ ਰੱਖੋ ਤਾਂ ਕਿ ਆਪਣੇ ਜੀਵਨ ਵਿੱਚ ਤਬਦੀਲੀ ਆਵੇ। ਜੀਵਨ ਦੀ ਸੋਚ ਜਿਹੜੀ ਹੈ ਸਾਡੀ ਉਹ ਇੱਕ ਬੈਟਰ ਸੋਚ ਹੋਵੇ, ਨਾ ਕਿ ਅਸੀਂ ਸਿਰਫ ਕਰਮ ਕਾਂਡਾਂ 'ਚ ਹੀ ਫਸੇ ਰਹੀਏ। ਆਓ ਹੋਰ ਗੱਲਬਾਤ ਕਰਨੇ ਜੀ ਭਾਈ ਸਾਹਿਬ। ਹਾਂਜੀ, ਜੇ ਮੈਂ ਗੱਲ ਕਰ ਰਿਹਾ ਸੀ ਕਿ ਜਿਹੜਾ ਸਮਾਂ ਜਦੋਂ ਬੀਤ ਗਿਆ ਤੇ ਅਸੀਂ ਫੇਰ ਉੱਥੇ ਹੀ ਆ ਖੜੋਤੇ ਜੀ, ਕਿ ਜਿਵੇਂ ਗੁਰੂ ਸਾਹਿਬ ਨੇ ਅਨਮਤੀਆਂ ਦੇ ਭਰਮਾਂ ਤੋਂ ਬਚਾਉਣ ਵਾਸਤੇ ਸੰਗਤ ਨੂੰ ਸੰਗਤ ਵਿੱਚ ਲਿਆਂਦਾ, ਗੁਰਦੁਆਰੇ ਦੇ ਵਿੱਚ ਸਿੱਖ ਸੰਗਤਾਂ ਨੂੰ ਲਿਆਂਦਾ ਤੇ ਉਹਨਾਂ ਦੀ ਸੋਚ ਬਦਲੀ ਜੀ। ਪਰ ਹੌਲੀ ਹੌਲੀ ਲੋਕ ਫੇਰ ਇਹ ਸਮਝਣ ਲੱਗ ਪਏ ਕਿ ਸ਼ਾਇਦ ਸੰਗਰਾਂਦਾਂ, ਮੱਸਿਆ ਜਾਂ ਪੂਰਨਮਾਸ਼ੀਆਂ ਤੇ ਜੋ ਅਸੀਂ ਗੁਰਦੁਆਰੇ 'ਚ ਜਾਂਦੇ ਆ, ਉੱਥੇ ਜਾਣ ਦੇ ਨਾਲ ਸਾਡਾ ਜਿਹੜਾ ਸਮਾਂ ਆ ਉਹ ਆਉਣ ਵਾਲਾ ਸਮਾਂ ਉਹ ਸੁੱਖਾਂ ਵਿੱਚ ਬੀਤਦਾ, ਸਾਨੂੰ ਵੱਧ ਤੋਂ ਵੱਧ ਪਦਾਰਥਿਕ ਵਸਤੂਆਂ ਪ੍ਰਾਪਤ ਹੁੰਦੀਆਂ। ਸ਼ਾਇਦ ਇਸੇ ਲਈ ਲੋਕ ਸੰਗਤ ਵਿੱਚ ਬਹਿ ਕੇ ਉਹ ਗਿਆਨ ਜਿਹੜਾ ਸਾਡੇ ਜੀਵਨ ਨੂੰ ਨਵਾਂ ਬਣਾਉਂਦਾ ਉਹ ਸੁਣਨ ਦੀ ਬਜਾਏ ਉੱਥੇ ਗਏ, ਕੁਝ ਸਮਾਂ ਜਾ ਕੇ ਕੋਈ ਵਿਸ਼ੇਸ਼ ਧਾਰਮਿਕ ਕਰਮ ਕੀਤਾ, ਮੱਥਾ ਟੇਕਿਆ ਜਾਂ ਅਰਦਾਸ ਕਰਵਾਈ ਜਾਂ ਅਰਦਾਸ 'ਚ ਹੀ ਸ਼ਾਮਲ ਹੋਏ ਜਾਂ ਹੁਕਮਨਾਮਾ ਸੁਣਿਆ, ਜਾਂ ਜਿਵੇਂ ਅਸੀਂ ਸੰਗਰਾਂਦ ਵਾਲੇ ਦੇ ਦਿਨ ਦੇਖਦੇ ਹਾਂ ਕਿ ਉਹ ਜਿਹੜਾ ਵਿਸ਼ੇਸ਼ ਸ਼ਬਦ ਹੁੰਦਾ 12 ਦੇ ਵਿੱਚੋਂ ਉਹ ਸੁਣਿਆ ਤੇ ਘਰ ਨੂੰ ਵਾਪਸ ਆ ਗਏ। ਕਈ ਤੇ ਪੂਰਾ ਸ਼ਬਦ ਵੀ ਨਹੀਂ ਸੁਣਦੇ, ਕੇਵਲ ਪਹਿਲਾ ਅੱਖਰ ਜਿਹੜਾ ਮਹੀਨੇ ਦਾ ਹੁੰਦਾ ਆ ਉਹ ਆਮ ਤੌਰ ਤੇ ਜਿਵੇਂ ਸਾਡੇ ਪੰਜਾਬ ਵਿੱਚ ਪਿੰਡਾਂ ਵਿੱਚ ਹੈਗਾ ਕਿ ਇੱਕ ਸ਼ਬਦ ਮਹੀਨੇ ਦਾ ਨਾਂ ਹੀ ਸੁਣਨਾ ਤੇ ਬਸ ਵੈਗਰੂ ਵੈਗਰੂ ਕਰਦੇ ਘਰ ਪਹੁੰਚ ਜਾਣਾ। ਤੋ ਅਸੀਂ ਇਹ ਕਹਿ ਸਕਦੇ ਹਾਂ ਕਿ ਲੋਕ ਉੱਥੇ ਹੀ ਖੜੋ ਗਏ ਜਿੱਥੋਂ ਗੁਰੂ ਸਾਹਿਬ ਜੀ ਨੇ ਸਾਨੂੰ ਬਾਹਰ ਕੱਢਿਆ ਸੀ। ਇਹ ਸਾਡੀ ਬਹੁਤ ਵੱਡੀ ਦੁਬਿਧਾ ਸੀ ਜੀ। ਤੋ ਇਸੇ ਪ੍ਰਕਾਰ ਮੈਂ ਅੱਜ ਦੇਖਦਾ ਕਿ ਸਾਡੇ ਗੁਰਦੁਆਰਿਆਂ ਦੇ ਵਿੱਚ ਬਹੁਤ ਕੁਝ ਐਸਾ ਆ ਜਿਹੜਾ ਉਸੇ ਭੁਲੇਖੇ ਕਰਕੇ ਹੋ ਰਿਹਾ। ਜਿਵੇਂ ਮੈਂ ਨਵਾਂ ਸਾਲ ਵੀ ਦੇਖਿਆ ਤੁਹਾਡੇ ਇਸੇ ਹੀ ਸਟੇਟ ਦੇ ਵਿੱਚ, ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਵੀ ਦੇਖਿਆ ਜੀ, ਮੈਂ ਤੁਹਾਡੇ ਇੱਥੇ ਦੀਪਾਵਲੀ ਵੀ ਦੇਖੀ ਹੈ। ਤੇ ਮੈਂ ਇਹ ਮਹਿਸੂਸ ਕੀਤਾ ਕਿ ਜਿੰਨਾ ਦੀਪਾਵਲੀ ਦੇ ਸਮੇਂ ਦਿਨ ਰਾਤ ਸੰਗਤਾਂ ਦੀ ਭੀੜ ਹੁੰਦੀ ਹੈ, ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਵੀ ਬਹੁਤ ਸੰਗਤ ਹੁੰਦੀ ਹੈ ਜੀ, ਪਰ ਉਨੀ ਸੰਗਤ ਨਹੀਂ ਹੁੰਦੀ ਜੀ। ਕਿਤੇ ਨਾ ਕਿਤੇ ਕਹਿਣਾ ਪਏਗਾ ਕਿ 6ਵੇਂ ਪਾਤਸ਼ਾਹ ਜੀ ਦਾ ਬੰਦੀ ਛੋੜ ਦਿਵਸ ਉਹਦੀ ਮਾਨਤਾ ਘੱਟ ਏ, ਤੇ ਮਾਨਤਾ ਜਿਹੜੀ ਆ ਉਹ ਲక్ష్ਮੀ ਪੂਜਾ ਦੀ ਜ਼ਿਆਦਾ, ਕਿ ਗੁਰਦੁਆਰੇ ਜਾਣ ਦੇ ਨਾਲ ਲక్ష్ਮੀ ਪ੍ਰਾਪਤ ਹੋਏਗੀ। ਠੀਕ, ਕਿਤੇ ਨਾ ਕਿਤੇ ਐਸੀ ਮਾਨਤਾ ਸਾਡੇ ਮਨ 'ਚ ਜ਼ਿਆਦੀ ਹੈ। ਨਹੀਂ ਤੇ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਤੇ ਓਨੀ ਭੀੜ ਕਿਉਂ ਨਹੀਂ ਤੇ ਓਨੀਆਂ ਰੋਸ਼ਨੀਆਂ ਕਿਉਂ ਨਹੀਂ? ਬਿਲਕੁਲ ਜੀ, ਜਾਂ ਫਿਰ ਹੋਰ ਜਿਹੜੇ ਗੁਰੂ ਸਾਹਿਬਾਨ ਨੇ ਜਾਂ ਭਗਤ ਨੇ, ਭਗਤਾਂ ਦੇ ਸਮੇਂ ਤਾਂ ਸ਼ਾਇਦ ਹੀ ਕੋਈ ਉੱਥੇ ਟਾਵਾਂ ਹੀ ਜਾਂਦਾ। ਬਿਲਕੁਲ, ਮੈਂ ਗੁਰੂ ਨਾਨਕ ਸਾਹਿਬ ਜੀ ਦੀ ਤਾਂ ਗੱਲ ਕਰ ਰਿਹਾ ਕਿਉਂਕਿ ਸਾਡੇ ਮੋਢੀ ਗੁਰੂ ਨੇ। ਠੀਕ, ਉਹਦੇ ਬਾਅਦ ਤੁਸੀਂ ਦੇਖੋ ਕਿ ਨਵੇਂ ਸਾਲ ਦੇ ਮੌਕੇ ਤੇ ਜਿੰਨੀ ਸੰਗਤ ਗੁਰਦੁਆਰੇ ਆਉਂਦੀ ਏ ਜੀ, ਚੇਤ ਦਾ ਮਹੀਨਾ ਜਿਵੇਂ ਤੁਸੀਂ ਸ਼ੁਰੂ ਕੀਤੀ ਸੀ ਗੱਲ ਕਿ ਉਦਣ ਉਨੀ ਸੰਗਤ ਨਹੀਂ ਹੁੰਦੀ। ਮੈਂ ਖੁਦ ਇੱਥੇ ਹੀ ਸਾਂ ਸਰੀ ਦੇ ਵਿੱਚ, ਮੈਂ ਦੇਖਿਆ ਜਿਸ ਗੁਰਦੁਆਰੇ ਮੈਂ ਸੇਵਾ ਕਰ ਰਿਹਾ ਸਾਂ, ਰਾਤ ਉਹਨਾਂ ਦੀਵਾਨ ਰੱਖਿਆ ਤੇ ਕੋਈ 5-7 ਜੀ ਰਾਤ 12 ਵਜੇ ਜਦੋਂ ਅਰਦਾਸ ਕੀਤੀ ਗਈ ਇੰਨੇ ਕੀ ਸਨ। ਤੇ ਦੂਸਰੇ ਪਾਸੇ ਮੈਂ ਜਿਸ ਗੁਰਦੁਆਰੇ ਨਵਾਂ ਸਾਲ ਅੱਜ ਤੋਂ ਲਗਭਗ 1.5 ਸਾਲ ਪਹਿਲਾਂ ਦੇਖਿਆ, ਉੱਥੇ ਰਾਤ 12 ਵਜੇ ਇੰਨੀਆਂ ਲਾਈਨਾਂ ਸਨ ਕਿ ਬਹੁਤ ਜ਼ਿਆਦੀਆਂ ਲਾਈਨਾਂ, ਇਵੇਂ ਕਹਿ ਲਓ ਕਿ ਸੰਗਤ ਗੁਰਦੁਆਰੇ 'ਚੋਂ ਸਮਾਉਣੀ ਔਖੀ ਹੋਈ ਪਈ ਸੀ। ਇਹਦਾ ਸਭ ਤੋਂ ਵੱਡਾ ਕਾਰਨ ਮੈਨੂੰ ਇਹ ਲੱਗਦਾ ਕਿ ਸਮੇਂ ਦੇ ਨਾਲ ਜਾਂ ਤੇ ਅਸੀਂ ਆਪਣੇ ਕਲਚਰ ਨੂੰ ਭੁੱਲ ਜਾਂਦੇ ਆ, ਜਾਂ ਫਿਰ ਦੂਜੇ ਕਲਚਰ ਦਾ ਸਾਡੇ ਉੱਪਰ ਇੰਨਾ ਪ੍ਰਭਾਵ ਪੈਂਦਾ ਕਿ ਜੋ ਸਾਡਾ ਆਪਣਾ ਹੁੰਦਾ ਆ ਉਹਨੂੰ ਅਸੀਂ ਮਹੱਤਵ ਇੰਨਾ ਨਹੀਂ ਦਿੰਦੇ ਤੇ ਉਹਨਾਂ ਚੀਜ਼ਾਂ ਨੂੰ ਜ਼ਿਆਦਾ ਮਹੱਤਵਪੂਰਨ ਸਮਝਣ ਲੱਗ ਪੈਂਦੇ ਆ ਜੋ ਦੂਸਰੀਆਂ ਦੀਆਂ ਹੁੰਦੀਆਂ ਨੇ, ਜਾਂ ਬਹੁਤ ਸੰਮਤੀ ਦੀਆਂ ਹੁੰਦੀਆਂ ਨੇ।
ਤੋ ਈਸਵੀ ਕੈਲੰਡਰ ਜਿਹੜਾ ਆ ਉਹਦਾ ਮਹੱਤਵ ਅੱਜ ਪੂਰੇ ਵਿਸ਼ਵ ਵਿੱਚ ਜ਼ਿਆਦਾ, ਕਿਉਂਕਿ ਵਿਆਪਕ ਰੂਪ ਦੇ ਵਿੱਚ ਈਸਵੀ ਕੈਲੰਡਰ ਵਾਲਿਆਂ ਨੇ, ਈਸਾਈ ਜਗਤ ਨੇ ਦੁਨੀਆ ਦੇ ਉੱਪਰ ਰਾਜ ਕੀਤਾ। ਠੀਕ। ਭਾਰਤ ਦੇ ਉੱਪਰ ਵੀ ਉਹਨਾਂ ਦਾ ਰਾਜ ਰਿਹਾ। ਅੱਜ ਪੂਰੀ ਦੁਨੀਆ ਵਿੱਚ ਈਸਵੀ ਕੈਲੰਡਰ ਨੂੰ ਮੁੱਖ ਰੱਖ ਕੇ ਹੀ ਸਾਰੇ ਜਿਹੜੇ ਦਿਨ ਨੇ, ਉਹਨਾਂ ਦੇ ਜਿਹੜੇ ਸਮਾਗਮ ਨੇ ਜਾਂ ਪ੍ਰੋਗਰਾਮ ਨੇ ਉਹ ਬਣਾਏ ਜਾਂਦੇ ਨੇ ਜੀ। ਤੇ ਇਸ ਦੇਸ਼ ਦੇ ਵਿੱਚ ਅਸੀਂ ਆਏ ਆ, ਇੱਥੇ ਬਹੁਤ ਸੰਮਤੀ ਵੀ ਈਸਾਈ ਵੀਰਾਂ ਦੀ ਆ। ਸੁਭਾਵਕ ਆ ਕਿ ਉਹਨਾਂ ਦਾ ਸਾਡੇ ਉੱਪਰ ਪ੍ਰਭਾਵ ਪਏਗਾ ਜੀ। ਫਿਰ ਇਹਨਾਂ ਦਿਨਾਂ ਤੇ ਉਹ ਚਰਚਾਂ ਦੇ ਵਿੱਚ ਵਿਆਪਕ ਰੂਪ 'ਚ ਜਾਂਦੇ ਨੇ ਜੀ। ਤੇ ਸਾਡੇ ਮਨ ਦੇ ਵਿੱਚ ਵੀ ਆਇਆ ਵੀ ਸਾਨੂੰ ਵੀ ਜਾਣਾ ਚਾਹੀਦਾ। ਤੋ ਇੱਕ ਕਹਿ ਲਓ ਚੰਗੀ ਸੋਚ ਸੀ ਕਿ ਅਸੀਂ ਚਰਚ ਦੇ ਵਿੱਚ ਤਾਂ ਨਹੀਂ ਨਾ ਜਾ ਰਹੇ, ਅਸੀਂ ਗੁਰਦੁਆਰੇ ਦੇ ਵਿੱਚ ਜਾ ਰਹੇ ਹਾਂ। ਪਰ ਜਿੱਥੋਂ ਤੱਕ ਕਮਜ਼ੋਰੀ ਹੈ ਸਾਡੀ ਉਹ ਇਹ ਕਿ ਅਸੀਂ ਜਾਣਾ ਤੇ ਹੈ ਗੁਰਦੁਆਰੇ ਦੇ ਵਿੱਚ ਜੀ, ਪਰ ਜਿਵੇਂ ਗੁਰੂ ਸਾਹਿਬ ਨੇ ਸਿਧਾਂਤ ਬਣਾਇਆ ਸੀ ਕਿ ਦੂਜੀ ਵਿਚਾਰ ਤੋਂ ਬਚਣਾ ਆ ਤੇ ਆਪਣੇ ਜੀਵਨ ਨੂੰ ਪੋਜ਼ਿਟਿਵ ਕਰਨ ਵਾਸਤੇ, ਗੁਣਸ਼ੀਲ ਕਰਨ ਵਾਸਤੇ, ਆਪਣੀ ਜ਼ਿੰਦਗੀ ਦੇ ਵਿੱਚ ਇੱਕ ਨਵੀਂ ਸੋਚ ਪੈਦਾ ਕਰਨ ਵਾਸਤੇ ਅਸੀਂ ਜਾਣਾ। ਤਾਂ ਸਾਡਾ ਜਿਹੜਾ ਨਵੇਂ ਸਾਲ ਦੇ ਸਮੇਂ ਜਾਣਾ ਬਣਦਾ ਹੈ ਗੁਰਦੁਆਰੇ ਦੇ ਵਿੱਚ, ਉਹ ਨਵੀਂ ਸੋਚ ਲੈਣ ਵਾਸਤੇ, ਸਾਨੂੰ ਇਹ ਸੋਚਣ ਵਾਸਤੇ ਕਿ ਅਸੀਂ ਕਾਲ ਦੇ ਪੁਜਾਰੀ ਨਹੀਂ। ਕਾਲ ਦਾ ਅਰਥ ਹੁੰਦਾ ਸਮਾਂ। ਅਸੀਂ ਸਮੇਂ ਦੇ ਪੁਜਾਰੀ ਨਹੀਂ, ਅਸੀਂ ਅਕਾਲ ਦੇ ਪੁਜਾਰੀ ਹਾਂ। ਬਿਲਕੁਲ। ਇੱਕ ਅਕਾਲ ਦੇ ਪੁਜਾਰੀ ਹਾਂ। ਇੱਕ ਅਕਾਲ ਦੇ ਨਾਲ, ਇੱਕ ਵਾਹਿਗੁਰੂ ਜੀ ਦੇ ਨਾਲ ਜਿਹੜਾ ਜੁੜ ਕੇ ਪਵਿੱਤਰ ਜੀਵਨ ਜਿਉਂਦਾ ਆ, ਉਹਦੀ ਜ਼ਿੰਦਗੀ ਹਮੇਸ਼ਾ ਨਵੀਂ ਹੁੰਦੀ ਹੈ। ਉਹਦੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਬਹਾਰ ਆਉਂਦੀ ਹੈ। ਉਹਦੀ ਜ਼ਿੰਦਗੀ ਦੇ ਵਿੱਚ ਕੋਈ ਕਦੇ ਕਮਜ਼ੋਰੀ ਜਾਂ ਦੁਖਾਂਤ ਨਹੀਂ ਵਾਪਰ ਸਕਦਾ। ਪਰ ਭਾਵੇਂ ਉਹ ਈਸਵੀ ਦੇ ਅਨੁਸਾਰ ਨਵਾਂ ਸਾਲ ਹੋਵੇ, ਭਾਵੇਂ ਸਾਡੇ ਦੇਸੀ ਕੈਲੰਡਰ ਦੇ ਅਨੁਸਾਰ ਚੇਤ ਦੇ ਮਹੀਨੇ ਦਾ ਪਹਿਲਾ ਦਿਨ ਹੋਵੇ, ਸਾਡੀ ਜ਼ਿੰਦਗੀ ਹਰ ਇੱਕ ਪ੍ਰਕਾਰ ਦੇ ਕੈਲੰਡਰ ਅਨੁਸਾਰ ਤਾਂ ਹੀ ਤਬਦੀਲ ਹੋਏਗੀ ਜੇ ਅਸੀਂ ਸੰਗਤ ਵਿੱਚ ਬਹਿ ਕੇ ਸੱਚ ਨੂੰ ਧਾਰਨ ਕਰਾਂਗੇ। ਤੇ ਜੇ ਈਸਵੀ ਦੇ ਅਨੁਸਾਰ ਜੋ ਅਸੀਂ ਕਰ ਰਹੇ ਹਾਂ ਜਾਂ ਅਸੀਂ ਜੋ ਜਾਣਾ ਹੈ, ਜੇ ਅਸੀਂ ਪਹਿਲਾਂ ਸ਼ਰਾਬਾਂ ਪੀਂਦੇ ਸਾਂ ਉਵੇਂ ਹੀ ਸ਼ਰਾਬਾਂ ਪੀਂਦੇ ਰਵਾਂਗੇ। ਜੇ ਅਸੀਂ ਪਹਿਲਾਂ ਮਨਮਤੀ, ਮਨ ਪਿੱਛੇ ਚੱਲ ਕੇ ਜ਼ਿੰਦਗੀ ਬਤੀਤ ਕਰਦੇ ਸਾਂ, ਬਹੁਤੇ ਵਿਖਾਵੇ ਕਰਦੇ ਸਾਂ, ਕ੍ਰੋਧ ਸੀ ਸਾਡੇ ਅੰਦਰ, ਕਾਮਕ ਬਿਰਤੀਆਂ ਸਨ, ਵਿਕਾਰ ਭਰੇ ਹੋਏ ਸਨ, ਤੇ ਮੈਂ ਸਮਝਦਾ ਕਿ ਜੇ ਉਸ ਦਿਨ ਦੇ ਬਾਅਦ 1 ਜਨਵਰੀ ਦੇ ਬਾਅਦ ਵੀ ਸਾਡੇ ਵਿੱਚ ਉਹੀ ਕੁਝ ਰਹਿਣਾ, ਗੁਰਦੁਆਰੇ ਜਾ ਕੇ ਮੱਥਾ ਟੇਕ ਕੇ ਕੁਝ ਸਮਾਂ ਬਹਿ ਕੇ ਲੰਗਰ ਪ੍ਰਸ਼ਾਦਾ ਛਕ ਕੇ ਵੀ ਜੇ ਸਾਡੀ ਸੋਚ ਉਹੀ ਰਹਿਣੀ ਹੈ, ਤੇ ਮੈਂ ਸਮਝਦਾ ਵੀ ਫਿਰ ਸਾਡੇ ਵਾਸਤੇ ਕੋਈ ਨਵਾਂ ਨਹੀਂ ਹੈ। ਫਿਰ ਤਾਂ ਅਸੀਂ ਪੁਰਾਣੇ ਦੇ ਪੁਰਾਣੇ ਜਿਵੇਂ ਦੇ ਅਸੀਂ ਗਏ ਗੁਰਦੁਆਰੇ ਉਸ ਤਰ੍ਹਾਂ ਹੀ ਉਵੇਂ ਦੇ ਅਸੀਂ ਆ ਗਏ। ਪਰ ਸਾਨੂੰ ਗੁਰਦੁਆਰੇ ਜਾ ਕੇ ਇੱਕ ਸੋਚ ਮਿਲਦੀ ਹੈ, ਜਿਵੇਂ ਭਾਈ ਵੀਰ ਸਿੰਘ ਜੀ ਨੇ ਸਮੇਂ ਦੇ ਪ੍ਰਤੀ ਇੱਕ ਰੁਬਾਈ ਕਹੀ ਹੈ। ਉਹ ਕਹਿੰਦੇ ਨੇ, ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਧਰੀਕ ਸਮੇਂ ਖਸਕਾਈ ਕੰਨੀ, ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਭੰਨੀ, ਤਿਰਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ, ਉਹ ਅਜੇ ਸੰਭਾਲ ਇਸ ਸਮੇਂ ਨੂੰ ਕਰ ਸਫਲ ਉਡੰਦਾ ਜਾਮਦਾ, ਇਹ ਠਹਿਰਨ ਜਾਚ ਨਾ ਜਾਣਦਾ, ਇਹ ਗਿਆ ਨਾ ਵਾਪਸ ਆਮਦਾ। ਭਾਈ ਸਾਹਿਬ ਕਹਿੰਦੇ ਨੇ ਤੇਰੇ ਹੱਥ ਦੇ ਵਿੱਚੋਂ ਸਮਾਂ ਨਿਕਲਦਾ ਜਾ ਰਿਹਾ ਤੇ ਇਹ ਬੜੇ ਤੇਜ਼ ਤਰਾਰ ਹੈ, ਇਹ ਰਫ਼ਤਾਰ ਦੇ ਨਾਲ ਦੌੜਦਾ। ਬੰਦਾ ਭਾਵੇਂ ਪਿੱਛੇ ਦੌੜਨ ਦਾ ਯਤਨ ਕਰੇ, ਇੱਕ ਵਾਰ ਸਮਾਂ ਲੰਘ ਜਾਵੇ ਤੇ ਇਹ ਫਿਰ ਕਾਬੂ ਨਹੀਂ ਆਉਂਦਾ। ਜਿਵੇਂ ਜੇ ਅਸੀਂ ਘੜੀ ਦੀਆਂ ਸੂਈਆਂ ਨੂੰ ਫੜ ਲਈਏ ਤੇ ਸਮਾਂ ਨਹੀਂ ਰੁਕ ਸਕਦਾ। ਜਿਵੇਂ ਸਿਆਣੇ ਕਹਿੰਦੇ ਨੇ, ਤੀਰ ਕਮਾਨ ਵਿੱਚੋਂ, ਸ਼ਬਦ ਜ਼ੁਬਾਨ ਵਿੱਚੋਂ ਨਿਕਲ ਜਾਵੇ ਤੇ ਵਾਪਸ ਨਹੀਂ ਆਉਂਦਾ, ਇਸੇ ਪ੍ਰਕਾਰ ਸਮਾਂ ਵੀ ਇੱਕ ਵਾਰ ਹੱਥੋਂ ਨਿਕਲ ਜਾਵੇ ਤੇ ਸਮਾਂ ਫਿਰ ਸਾਡੇ ਹੱਥ ਨਹੀਂ ਆਉਂਦਾ। ਸਤਿਗੁਰ ਜੀ ਨੇ ਬਾਣੀ ਵਿੱਚ ਰਹਿਨਮਾਈ ਦਿੱਤੀ ਸਮੇਂ ਦੇ ਬਾਬਤ। ਕਹਿਣ ਲੱਗੇ, ਕਬੀਰ ਕਾਲ ਕਰੰਤਾ ਅਬ ਕਰ, ਅਬ ਕਰਤਾ ਸੋਇ ਤਾਲ, ਪਾਛੇ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਬਾਬਾ ਕਬੀਰ ਜੀ ਕਹਿੰਦੇ, ਜੋ ਤੂੰ ਸੋਚਦਾ ਨਾ ਮੈਂ ਕੱਲ ਕਰਨਾ, ਤੂੰ ਅੱਜ ਹੀ ਸ਼ੁਰੂ ਕਰ, ਤੇ ਜੋ ਤੂੰ ਕਹਿੰਦਾ ਅੱਜ ਕਰਨਾ ਹੁਣੇ ਹੀ ਸ਼ੁਰੂ ਕਰ ਦੇ। ਕਹਿਣ ਲੱਗੇ, ਪਤਾ ਨਹੀਂ ਤੇਰਾ ਜਿਹੜਾ ਸਵਾਸ ਅੰਦਰ ਗਿਆ ਉਹ ਵਾਪਸ ਆਉਣਾ ਵੀ ਕਿ ਨਹੀਂ ਆਉਣਾ, ਕਿਉਂਕਿ ਹਰ ਜਪਦਿਆਂ ਅੱਖੇ ਢਿੱਲ ਨਾ ਕੀਚਈ ਮੇਰੀ ਜਿੰਦੜੀਏ, ਮਤ ਜਾਪੇ ਕਿ ਸਾਹ ਆਵੇ ਕਿ ਨਾ ਆਵੇ ਰਾਮ। ਤੋ ਮਹਾਰਾਜ ਕਹਿੰਦੇ ਨੇ ਹੁਣ ਤੋਂ ਹੀ ਸ਼ੁਰੂ ਕਰ, ਤੁਰੰਤ ਸੁਚਾਰੂ ਕਾਰ ਜਿਹੜਾ ਸ਼ੁਰੂ ਕਰ ਦੇ। ਇਹਦੇ ਨਾਲ ਕੀ ਹੋਏਗਾ, ਤੇਰੀ ਜ਼ਿੰਦਗੀ ਦੇ ਵਿੱਚ ਨਵੀਨਤਾ ਆਏਗੀ, ਨਵਾਂ ਜੀਵਨ ਬਣੇਗਾ, ਨਵਾਂ ਜੀਵਨ, ਨਵੀਂ ਬਹਾਰ ਜ਼ਿੰਦਗੀ ਵਿੱਚ ਆਏਗੀ, ਆਲਾ ਦੁਆਲਾ ਨਵਾਂ ਹੋ ਜਾਏਗਾ। ਤੇ ਐਸੀ ਜਿਹੜੀ ਨਵੀਨਤਾ ਆ ਉਹਦੇ ਪ੍ਰਤੀ ਫਿਰ ਸਾਨੂੰ ਇੱਕ ਦੂਜੇ ਨੂੰ ਵਧਾਈ ਦੇਣੀ ਚਾਹੀਦੀ ਹੈ। ਭਈ ਤੂੰ ਨਵਾਂ ਬਣ ਗਿਆ, ਤੇਰੇ ਜੀਵਨ ਵਿੱਚ ਨਵੀਂ ਚੇਤਨਾ ਆਈ ਆ, ਤੈਨੂੰ ਲੱਖ ਲੱਖ ਵਧਾਈ, ਭਾਵ ਇਹ ਨਵੀਨਪਨ ਹੋਰ ਵਧੇ, ਇਹਦੇ ਨਾਲ ਸਮਾਜ ਦੇ ਵਿੱਚ ਪ੍ਰਫੁੱਲਤਾ ਪੈਦਾ ਹੋਏਗੀ। ਬਹੁਤ ਖੂਬ ਜੀ, ਬਹੁਤ ਵਧੀਆ ਤਰੀਕੇ ਨਾਲ ਤੁਸੀਂ ਐਕਸਪਲੇਨ ਕੀਤਾ। ਗੁਰਦੁਆਰੇ ਹੋਏ ਸੋਝੀ ਪਾਈ ਸੀ, ਕਿਉਂਕਿ ਗੁਰਦੁਆਰੇ ਸੀ ਜਿਹੜਾ ਜਾਣਾ ਹੈ,
ਮੱਥਾ ਟੇਕਣ ਤੱਕ ਹੀ ਸੀਮਤ ਨਹੀਂ ਰਹਿਣਾ, ਅਸੀਂ ਉੱਥੋਂ ਕੁਝ ਸੋਚ ਜਿਹੜੀ ਉਹ ਤਬਦੀਲ ਕਰਕੇ ਆਣੀ ਹੈ। ਬਿਲਕੁਲ। ਉਹਦੇ ਵਾਸਤੇ ਹੁਣ ਨਵਾਂ ਸਾਲ, ਕਿਉਂਕਿ ਸਭ ਨੂੰ ਅਸੀਂ ਮੁਬਾਰਕਬਾਦ ਦਿੰਦੇ ਕਿ ਤੁਹਾਡੇ ਜੀਵਨ ਵਿੱਚ ਹੋਰ ਖੁਸ਼ਹਾਲੀ ਆਵੇ, ਤੁਸੀਂ ਗੁਰੂ ਦੀ ਸੋਚ ਨਾਲ ਜੁੜ ਸਕੋ, ਗੁਰਮਤ ਜੋ ਹੈ ਸਾਡੇ ਤੇ ਭਾਰੂ ਹੋਵੇ ਤੇ ਦੁਰਮਤ ਤੋਂ ਅਸੀਂ ਪਿੱਛੇ ਹਟੀਏ। ਪਰ ਕੀ ਕੁਝ ਬੇਸਿਕ ਤੁਸੀਂ ਅੱਜ ਦੱਸਣਾ ਚਾਹੋਗੇ, ਜਿਹੜੇ 3-4 ਮਿੰਟ ਮੇਰੇ ਕੋਲ ਬਾਕੀ ਨੇ ਉਹਦੇ ਵਿੱਚ, ਕਿ ਨਵੇਂ ਸਾਲ ਦੇ ਦੌਰਾਨ ਕੀ ਕੁਝ ਤੁਸੀਂ, ਮੈਂ ਜੇ ਕਹਾਂ ਕਿ ਸੈਲਫ ਐਨਾਲਿਸਿਸ ਜਦੋਂ ਅਸੀਂ ਕਰਨੇ ਆ, ਤੁਸੀਂ ਐਗਜ਼ਾਮਪਲ ਦਿੱਤਾ ਕਿ ਜੇ ਸਾਡੇ ਕੁਝ ਨਹੀਂ ਚੇਂਜ ਆ ਰਿਹਾ ਤਾਂ ਜ਼ਰੂਰਤ ਹੈ ਕਿ ਸੈਲਫ ਐਨਾਲਿਸਿਸ, ਸਵੈ ਪੜਚੋਲ ਕਰਕੇ ਅਸੀਂ ਉਸ ਗੁਰੂ ਦੀ ਸੋਚ ਨਾਲ ਜੁੜੀਏ। ਕਿੱਥੋਂ ਸਟਾਰਟਿੰਗ ਕੀਤੀ ਜਾਏ ਇਸ ਨਵੇਂ ਸਾਲ ਦੇ ਦੌਰਾਨ? ਵੇਖੋ, ਮੈਂ ਜਿਵੇਂ ਸ਼ੁਰੂ ਵਿੱਚ ਹੀ ਤੁਹਾਨੂੰ ਦੱਸ ਚੁੱਕੇ ਹਾਂ ਕਿ ਸਿੱਖ ਧਰਮ ਦੇ ਵਿੱਚ ਮਨੁੱਖੀ ਜੀਵਨ ਨੂੰ ਤਬਦੀਲ ਕਰਨ ਦਾ ਸਾਧਨ ਸਤ ਸੰਗਤ ਹੈ। ਤੇ ਮਹਾਰਾਜ ਕਹਿੰਦੇ ਨੇ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਸਾਧ ਸੰਗਤ ਦੇ ਵਿੱਚ ਰੱਬ ਦੀ ਕੀਰਤੀ, ਤੇ ਸਾਧ ਸੰਗਤ ਧਰਮ ਦੇ ਕਰਮਾਂ ਦੇ ਵਿੱਚੋਂ ਸਭ ਤੋਂ ਸ੍ਰੇਸ਼ਟ ਕਰਮ ਹੈ ਜੀ। ਇਸ ਵਾਸਤੇ ਹੀ ਆਪਾਂ ਕਹਿੰਦੇ ਆ ਕਿ ਭਾਵੇਂ ਚਲੋ ਈਸਵੀ ਕੈਲੰਡਰ ਅਨੁਸਾਰ ਹੀ ਗੁਰਦੁਆਰੇ ਸੰਗਤ ਜਾ ਰਹੀ ਆ, ਵਿਆਪਕ ਰੂਪ 'ਚ ਜਾ ਰਹੀ ਆ, ਜੀ ਆਇਆਂ ਨੂੰ, ਬੜੀ ਖੁਸ਼ੀ ਵਾਲੀ ਗੱਲ ਆ ਔਰ ਚੰਗੀ ਗੱਲ ਆ ਕਿ ਅਸੀਂ ਕਿਸੇ ਅਨਮਤੀਆਂ ਦੇ ਥਾਂ ਤੇ ਨਹੀਂ ਜਾ ਰਹੇ, ਅਸੀਂ ਗੁਰਦੁਆਰੇ ਜਾ ਰਹੇ ਹਾਂ ਨਾ। ਅਸੀਂ ਬਚੇ ਹੋਏ ਆ। ਇੱਕ ਪਾਸੇ ਲੋਕ ਡਾਂਸ ਕਰ ਰਹੇ ਨੇ, ਸ਼ਰਾਬਾਂ ਪੀ ਰਹੇ ਨੇ, ਪਰ ਆਪਾਂ ਗੁਰਦੁਆਰੇ ਜਾ ਰਹੇ ਹਾਂ। ਬਲਕਿ ਮੈਂ ਸਮਝਦਾ ਜਿਹੜੇ ਸਾਡੀ ਇਸ ਪਰੰਪਰਾ ਤੋਂ ਅਵੇਸਲੇ ਨੇ, ਭੁੱਲੇ ਨੇ, ਉਹਨਾਂ ਨੂੰ ਵੀ ਕਹਿਣਾ ਚਾਹੀਦਾ ਵੀ ਨਹੀਂ ਬਈ, ਇਹ ਸ਼ਰਾਬ ਪੀ ਕੇ ਤੇ ਤੁਸੀਂ ਪੁਰਾਣੇ ਹੀ ਰਹਿ ਜਾਣਾ, ਆਓ ਚੱਲੀਏ ਉੱਥੇ ਜਾ ਕੇ ਆਪਾਂ ਕੁਝ ਨਵਾਂ ਸਿੱਖ ਕੇ ਆਈਏ। ਤੋ ਸੰਗਤ ਜਿਹੜੀ ਆ, ਇਹ ਹੀ ਮਨੁੱਖੀ ਜੀਵਨ ਨੂੰ ਬਦਲਦੀ ਹੈ। ਇਸ ਵਾਸਤੇ ਮੈਂ ਸਮਝਦਾ ਕਿ ਸਾਨੂੰ ਸੰਗਤ ਕਰਨੀ ਚਾਹੀਦੀ ਹੈ। ਨਵੇਂ ਸਾਲ ਵਾਲੇ ਦਿਨ ਭਾਵੇਂ ਅਸੀਂ ਦਸੰਬਰ ਦੇ ਆਖਰੀ ਦਿਨ 31 ਦਸੰਬਰ ਨੂੰ ਜਾਣਾ, ਜਾਂ ਅਸੀਂ 1 ਜਨਵਰੀ ਨੂੰ ਜਾਣਾ ਗੁਰਦੁਆਰਾ ਸਾਹਿਬ, ਜਾਂ ਅਸੀਂ ਦੋਵਾਂ ਦਿਨਾਂ ਦੀ ਵਿਚਕਾਰਲੀ ਰਾਤ ਜਾਣਾ, ਸਾਨੂੰ ਉੱਥੇ ਜਾ ਕੇ ਬਹਿਣਾ ਚਾਹੀਦਾ। ਕਿਤੇ ਵੀ ਕੋਈ ਗੁਰਮੁਖ ਪਿਆਰਾ ਬੈਠਾ ਹੋਏਗਾ ਜਿਹੜਾ ਵਿਚਾਰ ਕਰ ਰਿਹਾ ਹੋਏਗਾ, ਉਹ ਜ਼ਰੂਰ ਸਮੇਂ ਦੀ ਅਹਿਮੀਅਤ ਦੇ ਬਾਰੇ ਦੱਸੇਗਾ ਕਿ ਸਮਾਂ ਕਿਵੇਂ ਸਾਡੇ ਹੱਥਾਂ ਦੇ ਵਿੱਚੋਂ ਨਿਕਲਦਾ ਜਾ ਰਿਹਾ। ਸਿਆਣੇ ਕਹਿੰਦੇ ਨੇ ਕਿ ਡੁੱਲੇ ਬੇਰਾਂ ਦਾ ਅਜੇ ਵੀ ਕੁਝ ਨਹੀਂ ਵਿਗੜਿਆ। ਜੇ ਸਾਡੇ ਜੀਵਨ ਦੇ ਵਿੱਚ ਕੋਈ ਕਮਜ਼ੋਰੀ ਆ ਤੇ ਅਸੀਂ ਅਜੇ ਵੀ ਸੁਧਾਰ ਸਕਦੇ ਹਾਂ, ਕਿਉਂਕਿ ਸਮਾਂ ਨਿਕਲ ਗਿਆ ਤੇ ਫਿਰ ਜਿਹੜੀ ਚੀਜ਼ ਡਿੱਗੀ ਹੋਵੇ ਉਹ ਫਿਰ ਵਰਤਣ ਦੇ ਯੋਗ ਨਹੀਂ ਰਹਿੰਦੀ। ਤੇ ਇੱਕ ਸਾਡੇ ਬੜੇ ਸਿਆਣੇ ਕਵੀ ਹੋਏ ਨੇ ਭਾਈ ਨੰਦ ਲਾਲ ਸਿੰਘ ਜੀ, ਉਹਨਾਂ ਨੇ ਇੱਕ ਬਚਨ ਕੀਤਾ ਸੀ ਕਿ ਨੰਦ ਲਾਲ ਜੀ ਦੂਜੇ ਨੇ, ਉਹਨਾਂ ਨੇ ਕਿਹਾ, ਕਹਿਣ ਲੱਗੇ, ਇੱਕ ਦਿਨ ਕਲਗੀਆਂ ਵਾਲੇ ਪਾਸੋਂ ਪ੍ਰੇਮ ਸਰਾਹੀ ਪੀਤੀ, ਹਰ ਕੀ ਭਗਤ ਨਾ ਕੀਤੀ, ਸਾਰੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ। ਕਹਿਣ ਲੱਗੇ, ਮਹਾਰਾਜ ਨੇ ਕਿਹਾ, ਆਗੇ ਸਮਝ ਚਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਤੋ ਇਹ ਜਿਹੜਾ ਦਿਨ ਹੈ ਨਾ, ਇਹ ਆਪਣੇ ਆਪੇ ਨੂੰ ਪਹਿਚਾਨਣ ਦਾ, ਜਿਹਨੂੰ ਆਪਾਂ ਬਾਣੀ ਵਿੱਚੋਂ ਕਹਿ ਸਕਦੇ ਹਾਂ, ਬੰਦੇ ਖੋਜ ਦਿਲ ਹਰ ਰੋਜ਼। ਚਲੋ ਪਰੇਸ਼ਾਨੀ ਮਾਹੇ, ਖੋਲਣਾ ਤੇ ਅਸੀਂ ਹਰ ਰੋਜ਼ ਖੋਜਣਾ ਹੈ ਆਪਣੇ ਦਿਲ ਨੂੰ, ਪਰ ਇਸ ਦਿਨ ਹੀ ਖੋਜ ਲਈਏ, ਸ਼ੁਰੂਆਤ ਕਰੀਏ। ਹਾਂਜੀ, ਆਪਣੇ ਗਰੇਬਾਨ ਮੇ ਸਿਰ ਨੀਵਾ ਕਰ ਵੇਖ, ਆਪਣੇ ਅੰਦਰ ਝਾਤ ਮਾਰੀਏ ਵੀ ਆਪਾਂ ਕਿੱਥੇ ਖੜੋਤੇ ਹਾਂ, ਤੇ ਉਹਦੇ ਬਾਅਦ ਅਸੀਂ ਆਪਣੇ ਜੀਵਨ ਨੂੰ ਨਵਿਆਂ ਕਰਨ ਵਾਸਤੇ, ਨਿਮਾਉਣ ਵਾਸਤੇ ਅਸੀਂ ਯਤਨ ਕਰੀਏ। ਭਾਵ ਕਿ ਸਾਨੂੰ ਗੁਰਬਾਣੀ ਦਾ ਆਸਰਾ ਲੈਣਾ ਚਾਹੀਦਾ, ਸਤ ਸੰਗਤ ਦਾ ਆਸਰਾ ਲੈਣਾ ਚਾਹੀਦਾ, ਚੰਗੀਆਂ ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਨੇ, ਔਰ ਗਿਆਨਵਾਨ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈ, ਜਿਹਨੂੰ ਮਹਾਰਾਜ ਕਹਿੰਦੇ ਬਈਏ ਪੜ੍ਹਿਆ ਪਾਸ। ਤੋ ਇਹਦੇ ਨਾਲ ਕੀ ਹੋਏਗਾ? ਇਹਦੇ ਨਾਲ ਸਾਡਾ ਜੀਵਨ ਨਵਾਂ ਬਣੇਗਾ, ਤੇ ਉਹ ਜਿਹੜਾ ਨਵਾਂ ਹੈ ਨਾ ਜੀਵਨ, ਉਹ ਅਸਲ ਦੇ ਵਿੱਚ ਸਾਡੀ ਜ਼ਿੰਦਗੀ ਦਾ ਨਵਾਂ ਸਾਲ ਹੋਏਗਾ। ਬਹੁਤ ਧੰਨਵਾਦ ਜੀ। ਇਹ ਬਹੁਤ ਇੰਪੋਰਟੈਂਟ ਗੱਲਾਂ ਜਿਹੜੀਆਂ ਤੁਸੀਂ ਅੱਜ ਛੂਹੀਆਂ ਹੈਗੀਆਂ, ਤੇ ਜਿੱਥੇ ਅਸੀਂ ਤੁਹਾਨੂੰ ਮੁਬਾਰਕਬਾਦ ਦਿੰਦੇ ਹਾਂ ਕਿ ਤੁਸੀਂ ਵੀ ਇਸੇ ਤਰੀਕੇ ਨਾਲ ਹੋਰ ਗੁਰਮਤ ਵਿੱਚ ਹੋਰ ਭਰਪੂਰ ਹੋ ਕੇ ਸੰਗਤ ਦੀ ਸੇਵਾ ਕਰਦੇ ਰਹੋ। ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਸਮਾਪਤੀ। ਇਸ ਸਾਲ ਦਾ ਇਹ ਅਖੀਰਲਾ ਪ੍ਰੋਗਰਾਮ, ਜਿਸ ਵਿੱਚ ਕਿ ਭਾਈ ਸਾਹਿਬ ਭਾਈ ਮਲਕੀਤ ਸਿੰਘ ਕਰਨਾਲ ਨੇ ਬੜੇ ਵਡਮੁੱਲੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ। ਅੱਜ ਵਾਕਿਆ ਵਿੱਚ ਇਹ ਜ਼ਰੂਰਤ ਹੈ ਕਿ ਅਸੀਂ ਵੱਧ ਚੜ੍ਹ ਕੇ ਗੁਰਦੁਆਰਿਆਂ ਵਿੱਚ ਜਾਈਏ, ਪਰ ਨਾਲ ਸਿਰਫ ਇਹ ਸੀਮਤ ਇਹ ਨਾ ਰਹਿ ਜਾਏ ਕਿ ਨਵਾਂ ਸਾਲ ਚੜ੍ਹਨ ਵਾਲਾ ਹੈ, ਇਸ ਵਿੱਚੋਂ ਅਸੀਂ ਕੀ ਗ੍ਰਹਿਣ ਕਰਕੇ ਆਉਣਾ ਹੈ। ਤੇ ਆਓ ਸ਼ੁਰੂਆਤ ਕਰੀਏ ਕਿ ਅੱਜ ਅਸੀਂ ਇਸ ਦਿਨ ਜਾ ਕੇ ਪ੍ਰਣ ਕਰੀਏ ਕਿ ਅਸੀਂ ਗੁਰੂ ਦੇ ਲੜ ਲੱਗਣ ਲੱਗੇ ਹਾਂ, ਗੁਰੂ ਦੀ ਸੋਚ ਨੂੰ ਅਪਣਾਉਣ ਜਾ ਰਹੇ ਹਾਂ, ਤੇ ਆਪਣੇ ਜੀਵਨ ਵਿੱਚ ਵੀ ਪਰਿਵਰਤਨ ਲਿਆ ਰਹੇ ਹਾਂ, ਆਪਣੇ ਆਲੇ ਦੁਆਲੇ ਵੀ ਪਰਿਵਰਤਨ ਲਿਆ ਰਹੇ ਹਾਂ, ਤੇ ਸਮਾਜ ਵਿੱਚ ਵੀ ਕੁਝ ਚੰਗਾ ਕਰਨ ਜਾ ਰਹੇ ਹਾਂ। ਸੋ ਇੱਕ ਵਾਰ ਫਿਰ ਆਪ ਸਭ ਨੂੰ ਅਸੀਂ ਸਮੂਹ ਹਰਪ੍ਰੀਤ ਸਿੰਘ ਸ਼ੋਅ ਦੀ ਟੀਮ ਵੱਲੋਂ ਤੇ ਜੋਏ ਟੀਵੀ ਵੱਲੋਂ ਨਵੇਂ ਸਾਲ ਦੀ ਮੁਬਾਰਕਬਾਦ ਦਿੰਦੇ ਹਾਂ। ਇਹ ਸਾਲ ਨਵਾਂ ਜੋ ਤੁਹਾਡੇ ਵਾਸਤੇ ਖੁਸ਼ੀਆਂ ਭਰਿਆ ਚੜ੍ਹੇ, ਜਿੱਥੇ ਤੁਸੀਂ ਕਾਮਯਾਬੀਆਂ ਹਾਸਲ ਕਰੋ ਹਰ ਫੀਲਡ ਵਿੱਚ, ਪਰ ਨਾਲ ਗੁਰਮਤ ਦੀ ਜਿਹੜੀ ਇਹ ਇੱਕ ਵੱਖਰੀ ਫੀਲਡ ਹੈ, ਇਸ ਵਿੱਚ ਵੀ ਅਸੀਂ ਪਰਪੱਕ ਹੋਈਏ, ਮਜ਼ਬੂਤ ਹੋਈਏ, ਤਾਂ ਕਿ ਅਸੀਂ ਜਿੱਥੇ ਸਿੱਖੀ ਦਾ ਨਾਂ ਚਮਕਾ ਸਕੀਏ, ਉਸ ਦੇ ਵਿੱਚ ਆਪਣਾ ਯੋਗਦਾਨ ਜੋ ਹੈ ਉਹ ਵੀ ਜ਼ਰੂਰ ਪਾ ਸਕੀਏ। ਇੱਥੇ ਇਸ ਪ੍ਰੋਗਰਾਮ ਦੀ ਸਮਾਪਤੀ ਹੈ ਜੀ। ਫੀਡਬੈਕ ਜ਼ਰੂਰ ਦੇਣਾ 604 603 7555 ਜਾਂ ਫਿਰ ਈਮੇਲ ਰਾਹੀਂ harpreetsingh@gmail.com। ਇਹ ਸਾਰੇ ਪ੍ਰੋਗਰਾਮਸ ਤੁਸੀਂ youtube.com/harpreetsingh show ਤੇ ਵੀ ਜਾ ਕੇ ਦੇਖ ਸਕਦੇ ਹੋ। ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।